लड़ते रहते हैं आजकल। ठीक है जी, चलो। सो नाउ वी आर स्टार्टिंग द रेवोल्यूशनरीज ऑफ पंजाब। हुण आपां रेवोल्यूशनरीज ऑफ बंगाल कर लेने, महाराष्ट्र कर लेने। रेवोल्यूशनरी एक्टिविटी स्टार्ट क्यों हुई सी? पहला फेज 1907 तो 17 वाला, ਤੇ ਹੁਣ ਅਸੀਂ ਕਰਨਾ ਹੈ रेवोल्यूशनरीज ऑफ पंजाब विच इज मोर इंपोर्टेंट फॉर अस क्योंकि ਅਸੀਂ पीपीएससी ਦੇ पेपर की तैयारी कर रहे हैं। ठीक है, एंड आई टोल्ड यू भी चाचा अजीत सिंह किहदे चाचा सीगे? ਇਹ ਸੀਗੇ शहीद आजम भगत सिंह ਦੇ ਚਾਚਾ। ठीक है, लाला लाजपत राय ਤਾਂ ऑब्वियसली। सो पंजाब ਦੇ ਵਿੱਚ ਇਹ ਦੋ ਸਭ ਤੋਂ ਵੱਡੇ, ਸਭ ਤੋਂ ਪਹਿਲੇ ਤੇ ਸਭ ਤੋਂ ਵੱਡੇ ਲੀਡਰਸ ਕੌਣ ਸੀਗੇ? ਲਾਲਾ ਲਾਜਪਤ ਰਾਏ एंड चाचा अजीत सिंह। ठीक है, सरदार अजीत सिंह। सो लाला लाजपत राय उन्होंने पब्लिश की है पंजाबी। ठीक है, दीज आर फैक्ट्स जेडे तुसी याद करने ने। अजीत सिंह ये एक ऑर्गेनाइजेशन बनाते ने जिसका नाम है अंजुमने मुहिज़्बने वतन। अंजुमने मुहिज़्बने वतन। सो उन्हां जमानियां दे विच उर्दू पढ़ी जाती सी, पढ़ी लिखी जाती सी, है ना। साडे भी जिहड़े दादे सीगे वो उर्दू ज्यादा जानते सी, मेरे तो जानते सी, पता नहीं तुहाडा। पर अंजुमने मुहिज़्बने वतन, दैट इज व्हाई दिस इज सच अ नेम। इन्होंने एक ऑर्गेनाइजेशन बनाई। फिर अंग्रेज कुछ कानून पास करनगे पंजाब दे किसानां नूं जिहड़े नुकसान पहुंचा सकते हैं। जो किसानी मोर्चा लगेगा उस जमाने दे विच अंडर द लीडरशिप ऑफ अजीत सिंह, सपोर्टेड बाय लाला लाजपत राय। राइट, इन्हां दोहां नूं जेल भी होएगी। ठीक है, वो भी ਅਸੀਂ देखते हैं। ओके, होर किहड़े लीडर सीगे जी पंजाब दे विच रेवोल्यूशनरी? आगा हैदर, सैयद हैदर रजा, भाई परमानंद, रैडिकल हिंदू पोइट लालचंद फलक। सो 1907 ਦੇ ਵਿੱਚ ਲਾਲਾ ਲਾਜਪਤ ਰਾਏ ਤੇ ਅਜੀਤ ਸਿੰਘ ਨੂੰ ਡਿਪੋਰਟ ਕਰਕੇ ਇੱਥੋਂ ਦੀ ਭੇਜ ਦਿੱਤਾ ਗਿਆ, ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਰਾਈਟ, ਕਿਉਂਕਿ ਇਹ ਕੁਝ ਕਾਨੂੰਨਾਂ ਦਾ ਪ੍ਰੋਟੈਸਟ ਕਰ ਰਹੇ ਸੀ, ਉਹ ਵੀ ਅਸੀਂ ਦੇਖਾਂਗੇ। ਕਾਨੂੰਨ ਬਹੁਤ ਇੰਪੋਰਟੈਂਟ ਨਹੀਂ ਹੈਗੇ, ਬਟ ਸਟਿਲ ਬਿਕੋਜ਼ ਪੰਜਾਬ ਦੇ ਰੈਵੋਲੂਸ਼ਨਰੀ ਨੇ, ਅਸੀਂ ਇੱਕ ਇੱਕ ਕਰਕੇ ਇਹਨਾਂ ਨੂੰ ਡਿਟੇਲ ਦੇ ਵਿੱਚ ਵੀ ਪੜ੍ਹ ਲੈਣਾ। ਰਾਈਟ, ਓਕੇ। ਵੈਸੇ ਜ਼ਿਆਦਾ ਇੰਪੋਰਟੈਂਟ ਜਿਹੜੇ ਕੁਐਸਚਨਸ ਆਣਗੇ ਉਹ ਭਗਤ ਸਿੰਘ, ਰਾਈਟ, ਲਾਲਾ ਲਾਜਪਤ ਰਾਏ, ਇਹਨਾਂ ਤੇ ਆ ਸਕਦੇ। ਸੋ ਇਸ ਤੋਂ ਬਾਅਦ ਜਦੋਂ ਜੇਲ੍ਹ ਪਾ ਦਿੱਤਾ ਗਿਆ, ਉਸ ਤੋਂ ਵਾਪਸ ਆਏ, ਉਸ ਤੋਂ 6 ਮਹੀਨੇ ਜੇਲ੍ਹ ਕੱਟ ਕੇ, ਤੇ ਅਜੀਤ ਸਿੰਘ ਤੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਦੇ ਬਿਕੇਮ ਫੁੱਲ ਟਾਈਮ ਰੈਵੋਲੂਸ਼ਨਰੀਜ਼। ਫਿਰ ਗਦਰੀ ਬਾਬਿਆਂ ਬਾਰੇ ਮੈਂ ਤੁਹਾਨੂੰ ਦੱਸਿਆ, ਗਦਰ ਪਾਰਟੀ ਬਣੀ ਯੂਐਸ ਦੇ ਵਿੱਚ, ਤੇ ਗਦਰ ਰੈਵੋਲੂਸ਼ਨ ਜਦੋਂ ਸਟਾਰਟ ਹੋਣ ਦੀ ਗੱਲ ਹੋਈ, ਫਿਰ ਰਾਸ਼ ਬਿਹਾਰੀ ਬੋਸ ਸੀਗੇ ਉਹ ਬੰਗਾਲੀ, ਲੇਕਿਨ ਉਹਨਾਂ ਨੇ ਵੀ ਪੰਜਾਬ ਦੇ ਇਸ ਮੂਵਮੈਂਟ ਦੇ ਵਿੱਚ ਹੈਲਪ ਕੀ ਕੀਤੀ? ਲੀਡਰਸ਼ਿਪ ਹੀ ਲਿੱਤੀ ਉਹਨਾਂ ਨੇ, ਬਿਕੋਜ਼ ਆਰਗੇਨਾਈਜੇਸ਼ਨ ਸਕਿੱਲ ਸੀਗੇ ਇਹਨਾਂ ਕੋਲ। ਸੋ ਇਹਨਾਂ ਨੂੰ ਇਨਵਾਈਟ ਕੀਤਾ ਗਿਆ ਵੀ ਤੁਸੀਂ ਆ ਕੇ ਲੀਡਰਸ਼ਿਪ ਦਿਓ, ਰਾਸ਼ ਬਿਹਾਰੀ ਬੋਸ ਨੇ। ਠੀਕ ਹੈ ਜੀ। ਨਾਓ ਬੋਸ ਐਸਕੇਪ ਟੂ ਜਾਪਾਨ ਇਨ 1915। ਇਹ 1915 ਦੇ ਵਿੱਚ ਜਾਪਾਨ ਕਿਉਂ ਜਾਂਦੇ ਨੇ? ਕਿਉਂਕਿ ਜਿਹੜਾ ਗਦਰ ਰੈਵੋਲੂਸ਼ਨ ਸੀਗਾ ਇਹ ਸਕਸੈਸਫੁਲ ਨਹੀਂ ਹੋ ਪਾਇਆ। ਠੀਕ ਹੈ, ਗਦਰ ਰੈਵੋਲੂਸ਼ਨ ਅਸੀਂ ਸਾਰਾ ਡਿਟੇਲ ਦੇ ਵਿੱਚ ਹਜੇ ਕਰਨਾ। ਫਿਰ ਬਾਅਦ ਬੋਸ ਦਾ ਕੀ ਰੋਲ ਹੈ ਇੰਡੀਅਨ ਫਰੀडम ਸਟਰਗਲ ਦੇ ਵਿੱਚ? ਇੰਡੀਅਨ ਨੈਸ਼ਨਲ ਆਰਮੀ ਦੀ ਫਾਊਂਡੇਸ਼ਨ ਦੇ ਵਿੱਚ। ਆਈ ਹੈਵ ਟੋਲਡ ਯੂ ਆਲ ਥੀਸ ਥਿੰਗਸ ਆਲਰੇਡੀ। ਅਸੀਂ ਵਰਬਲੀ ਕਰ ਚੁੱਕੇ ਹਾਂ ਰਾਸ਼ ਬਿਹਾਰੀ ਬੋਸ, ਜਿਨ੍ਹਾਂ ਨੂੰ ਮੈਂ ਕਿਹਾ ਵੀ ਰੀਅਲ ਬੋਸ, ਰਾਈਟ, ਇਹ ਸੀਗੇ ਬੌਸ ਅਸਲ ਦੇ ਵਿੱਚ। ਘੋਸ਼ ਤੇ ਬੋਸ ਨੂੰ ਅਸੀਂ ਕਨਫਿਊਜ਼ ਨਹੀਂ ਕਰਨਾ। ਨਾਓ ਗਦਰ ਰੈਵੋਲੂਸ਼ਨ ਦੇ ਵਿੱਚ ਇੰਡੀਅਨ ਨੈਸ਼ਨਲ ਆਰਮੀ ਦੇ ਵਿੱਚ, ਤੇ ਇਸ ਤੋਂ ਪਹਿਲੇ ਕੀ ਰੋਲ ਸੀ ਇਹਨਾਂ ਦਾ? ਇਹਨਾਂ ਨੇ ਕੀ ਵੱਡਾ ਐਕਸ਼ਨ ਲਿੱਤਾ ਸੀ? ਵਾਇਸਰੋਏ ਹਾਰਡਿੰਗ ਦੀ ਪ੍ਰੋਸੈਸ਼ਨ ਜਦੋਂ ਦਿੱਲੀ ਐਂਟਰ ਕਰ ਰਹੀ ਸੀ 1912 ਵਿੱਚ, ਉਹਦੇ ਉੱਤੇ ਬੰਬ ਸੁੱਟਿਆ ਸੀ, ਰਾਈਟ, ਐਂਡ ਉਹਨੂੰ ਇੰਜਰ ਕਰ ਦਿੱਤਾ ਸੀ। ਚਲਿਏ ਜੀ ਅੱਗੇ ਦੇਖਦੇ ਹਾਂ। ਹੁਣ ਆਪਾਂ ਅਜੀਤ ਸਿੰਘ, ਚਾਚਾ ਅਜੀਤ ਸਿੰਘ ਬਾਰੇ ਪੜ੍ਹ ਲੈਂਦੇ ਹਾਂ। ਵੀ ਇੱਕ ਕੁਐਸਚਨ ਆਵੇ ਜਿਹਦੇ ਵਿੱਚ 3-4 ਸਟੇਟਮੈਂਟਸ ਹੋਣ, ਵਿਚ ਆਫ ਦ ਫੋਲੋਇੰਗ ਇਜ਼ ਕਰੈਕਟ ਔਰ ਨਾਟ ਕਰੈਕਟ ਅਬਾਊਟ ਸਰਦਾਰ ਅਜੀਤ ਸਿੰਘ, ਸੋ ਸਾਨੂੰ ਪਤਾ ਹੋਵੇ। ਰਾਈਟ, ਸਰਦਾਰ ਅਜੀਤ ਸਿੰਘ, ਓਕੇ। ਇਹਨਾਂ ਦਾ ਜਨਮ ਹੁੰਦਾ ਹੈ ਜੀ ਜਲੰਧਰ ਪੰਜਾਬ ਦੇ ਵਿੱਚ, ਐਂਡ ਬੜੀ ਇੱਕ ਇੰਟਰਸਟਿੰਗ ਚੀਜ਼ ਹੈ, ਇਹਨਾਂ ਦੀ ਡੈਥ ਕਿਹੜੇ ਦਿਨ ਹੋ ਰਹੀ ਹੈ? ਜਿਸ ਦਿਨ ਇੰਡੀਆ ਆਜ਼ਾਦ ਹੁੰਦਾ, ਰਾਈਟ। ਉਹਨਾਂ ਨੇ ਆਪਣੀ ਸਾਰੀ ਲਾਈਫ ਇੰਡੀਆ ਦੇ ਵਿੱਚ, ਫਿਰ ਇਹ ਯੂਰਪ ਦੇ ਵਿੱਚ ਰਹਿਣਗੇ, ਗਦਰ ਰੈਵੋਲੂਸ਼ਨ ਦੇ ਵਿੱਚ ਹੱਥ ਪਾਣਗੇ, ਸਪੋਰਟ ਕਰਨਗੇ, ਐਂਡ ਇਹਨਾਂ ਦੀ ਫਿਰ ਜਵਾਹਰ ਲਾਲ ਨਹਿਰੂ ਇਹਨਾਂ ਨੂੰ ਬੁਲਾਣਗੇ ਇੱਥੇ,
ਇਹਨਾਂ ਨਾਲ ਗੱਲ ਕਰਕੇ ਵੀ ਹੁਣ ਇੰਡੀਆ ਇੰਡੀਪੈਂਡੈਂਟ ਹੋ ਰਿਹਾ, ਤੁਸੀਂ ਵਾਪਸ ਆ ਜਾਓ, ਹੁਣ ਤੁਹਾਨੂੰ ਪੰਜਾਬ ਤੋਂ ਭੱਜੇ ਰਹਿਣ ਦੀ ਲੋੜ ਨਹੀਂ। ਸੋ ਹੀ ਕਮਸ ਬੈਕ ਤੇ ਇੱਥੇ ਇਹਨਾਂ ਦੀ ਆਜ਼ਾਦੀ ਵਾਲੇ ਦਿਨ ਹੀ ਡੈਥ ਹੋ ਜਾਂਦੀ। ਡਲਹੌਜ਼ੀ ਦੇ ਵਿੱਚ ਸੀਗੇ ਉਦੋਂ। ਸੋ ਜਲੰਧਰ ਪੰਜਾਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਭਗਤ ਸਿੰਘ ਦੇ ਚਾਚਾ ਸੀਗੇ ਤੇ ਭਗਤ ਸਿੰਘ ਦੇ ਉੱਤੇ ਬਹੁਤ ਜ਼ਬਰਦਸਤ ਇਨਫਲੂਐਂਸ ਸੀਗਾ ਚਾਚਾ ਅਜੀਤ ਸਿੰਘ ਦਾ। ਪਗੜੀ ਸੰਭਾਲ ਜੱਟਾ ਮੂਵਮੈਂਟ ਲਾਂਚ ਹੁੰਦੀ ਹੈ, ਜਿਹਦੇ ਵਿੱਚ ਹੀ ਵਾਸ ਵਨ ਆਫ ਦ strongest leaders. Pagdi Sambhal Jatta movement. It was launched against farm laws. ठीक है, सो ये 1906-7 ਦਾ ਜਿਹੜਾ ਕਿਸਾਨੀ ਮੋਰਚਾ ਸੀਗਾ ਐਂਡ ਕਾਨੂੰਨ ਉਦੋਂ ਵੀ ਵਾਪਸ ਲੈਣੇ ਪਏ। ਇੰਟਰਸਟਿੰਗ ਗੱਲ ਦੇਖੋ, ਰਾਈਟ। ਪਗੜੀ ਸੰਭਾਲ ਜੱਟਾ ਮੂਵਮੈਂਟ ਸਟਾਰਟ ਹੋਈ, ਲਾਲਾ ਲਾਜਪਤ ਰਾਏ, ਅਜੀਤ ਸਿੰਘ, ਹੋਰ ਵੀ ਬੜੇ ਸਾਰੇ ਲੋਕ ਸੀਗੇ ਜਿਹਦੇ ਵਿੱਚ। Now Ajit Singh, he died on 15th of August 1947. ਅਜੀਤ ਸਿੰਘ ਉਹਨਾਂ ਦੀ ਫੈਮਿਲੀ ਆਰੀਆ ਸਮਾਜ ਤੋਂ ਬਹੁਤ ਇਨਫਲੂਐਂਸ ਸੀ ਐਂਡ ਇਸ ਚੀਜ਼ ਦਾ ਜਿਹੜਾ ਅਸਰ ਹੈ ਭਗਤ ਸਿੰਘ ਤੇ ਵੀ ਬਹੁਤ ਹੁੰਦਾ ਹੈ। ਬਿਕੋਜ਼ ਯੂ ਨੋ ਭਗਤ ਸਿੰਘ ਨੇ ਕਿਹੜੀ ਕਿਤਾਬ ਲਿਖੀ ਹੈ ਪਤਾ ਤੁਹਾਨੂੰ? Why I am an atheist, ਮੈਂ ਨਾਸਤਿਕ ਕਿਉਂ ਹਾਂ। ਉਹ ਕਿਤਾਬ ਸ਼ਹੀਦ ਆਜ਼ਮ ਭਗਤ ਸਿੰਘ ਲਿਖ ਕੇ ਗਏ ਨੇ। ਸੋ ਸ਼ਾਇਦ ਇਸ ਚੀਜ਼ ਦਾ ਇਨਫਲੂਐਂਸ ਹੋਏਗਾ, ਬਟ ਆਰੀਆ ਸਮਾਜ ਦੇ ਵਿੱਚ ਅਜੀਤ ਸਿੰਘ ਤੇ ਉਹਨਾਂ ਦੀ ਫੈਮਿਲੀ ਇਟ ਵਾਸ ਇਨਵੋਲਵਡ। Now after leaving the studies, law studies, ਕਾਨੂੰਨ ਦੀ ਪੜ੍ਹਾਈ ਛੱਡਣ ਤੋਂ ਬਾਅਦ ਇਹ ਬਾਲ ਗੰਗਾਧਰ ਤਿਲਕ ਨਾਲ ਮਿਲਦੇ ਆ ਤੇ ਉਹਨਾਂ ਤੋਂ ਬਹੁਤ ਇਨਫਲੂਐਂਸ ਹੋ ਜਾਂਦੇ ਆ। ਬਾਲ ਗੰਗਾਧਰ ਤਿਲਕ, ਆਈ ਹੈਵ ਟੋਲਡ ਯੂ ਕਿ ਇਹਨਾਂ ਨੇ ਬੜੇ ਲੋਕ, ਬੜੇ ਯੰਗਸਟਰਸ ਨੂੰ ਇਨਫਲੂਐਂਸ ਕੀਤਾ ਉਸ ਜ਼ਮਾਨੇ ਦੇ ਵਿੱਚ। ਭਗਤ ਸਿੰਘ ਦੇ ਪਿਤਾ ਜੀ ਕਿਸ਼ਨ ਸਿੰਘ ਤੇ ਚਾਚਾ ਅਜੀਤ ਸਿੰਘ ਨੇ ਮਿਲ ਕੇ ਇੱਕ ਭਾਰਤ ਮਾਤਾ ਸੁਸਾਇਟੀ ਬਣਾਈ। ਭਾਰਤ ਮਾਤਾ ਸੁਸਾਇਟੀ ਬਣਾਈ ਐਂਡ ਐਂਟੀ ਬ੍ਰਿਟਿਸ਼ ਪਬਲਿਕੇਸ਼ਨ ਸਟਾਰਟ ਕਰ ਦਿੱਤੀ। ਐਂਟੀ ਬ੍ਰਿਟਿਸ਼ ਕਿਤਾਬਾਂ ਲਿਖਣੀਆਂ ਸਟਾਰਟ ਕਰ ਦਿੱਤੀਆਂ, ਪੈਂਫਲੇਟਸ ਲਿਖਣੇ ਸਟਾਰਟ ਕਰ ਦਿੱਤੇ। ਸੋ ਲੋਕਾਂ ਨੂੰ ਅਵੇਅਰ ਕਰ ਰਹੇ ਨੇ ਥਰੂ ਭਾਰਤ ਮਾਤਾ ਸੁਸਾਇਟੀ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਇਹ ਚੀਜ਼ਾਂ ਯਾਦ ਹੋ ਰਹੀਆਂ ਨੇ। ਨਾਓ ਭਗਤ ਸਿੰਘ ਵਾਚ ਆਪਣੀ ਇੱਕ ਪਬਲਿਕੇਸ਼ਨ ਦੇ ਵਿੱਚ, ਆਪਣੇ ਇੱਕ ਆਰਟੀਕਲ ਦੇ ਵਿੱਚ ਕੀ ਲਿਖਦੇ ਨੇ? ਆਰਟੀਕਲ ਦਾ ਨਾਮ ਸੀ ਦ ਫਰਸਟ ਰਾਈਜ਼ ਆਫ ਪੰਜਾਬ ਇਨ ਦ ਫਰੀडम ਸਟਰਗਲ। ਐਂਡ ਲਿਖ ਰਹੇ ਨੇ ਦ ਯੂਥਸ ਹੂ ਵਰ ਪਾਰਟਿਕੂਲਰਲੀ ਅਟਰੈਕਟਡ ਟੂ ਲੋਕਮਾਨਿਆ, ਮਤਲਬ ਬਾਲ ਗੰਗਾਧਰ ਤਿਲਕ, ਉਹਨਾਂ ਦਾ ਟਾਈਟਲ ਸੀਗਾ ਲੋਕਮਾਨਿਆ। ਇਟ ਇਨਕਲੂਡਡ ਸਮ ਪੰਜਾਬੀ ਯੂਥਸ। Two such Punjabi jawans were my father Kishan Singh and my respected uncle Sardar Ajit Singh ji. So ਇਹ ਭਗਤ ਸਿੰਘ ਲਿਖਦੇ ਨੇ ਬਾਅਦ ਚ। In the year 1907, British government brought 3 anti-farmer laws against which farmers across the country expressed their displeasure. ਸਾਰੇ ਦੇਸ਼ ਦੇ ਵਿੱਚ ਪ੍ਰੋਟੈਸਟ ਸਟਾਰਟ ਹੋ ਗਏ ਇਹਨਾਂ ਫਾਰਮਰ ਲਾਜ਼ ਦੇ ਖਿਲਾਫ ਐਂਡ ਪੰਜਾਬ ਦੇ ਵਿੱਚ ਐਜੀਟੇਸ਼ਨ ਆਰਗੇਨਾਈਜ਼ ਕੀਤੀ ਅਜੀਤ ਸਿੰਘ ਨੇ। ਐਂਡ ਵਨ ਆਫ ਦ ਲਾਅ ਵਾਸ ਦ ਪੰਜਾਬ ਕੋਲੋਨਾਈਜੇਸ਼ਨ ਐਕਟ। ਇਹਦੇ ਖਿਲਾਫ ਵੀ ਇਹਨਾਂ ਨੇ ਐਜੀਟੇਸ਼ਨ ਲਾਂਚ ਕੀਤੀ ਐਂਡ ਕੁਝ ਪਾਣੀ ਦੇ ਜਿਹੜੇ ਚਾਰजेस ਸੀਗੇ ਉਹ ਇਨਕਰੀਜ਼ ਕਰਨੇ ਸੀ ਕਾਨੂੰਨ ਚੇਂਜ ਕਰਕੇ ਐਡਮਿਨਿਸਟ੍ਰੇਟਿਵ ਆਰਡਰਸ ਦੇ ਥਰੂ। ਇਹਨਾਂ ਸਾਰੇ ਸਟੈਪਸ ਦੇ ਅਗੇਂਸਟ ਇਹ ਮੂਵਮੈਂਟ ਲਾਂਚ ਕੀਤੀ ਸੀਗੀ। ਐਂਟੀ ਫਾਰਮਰ ਲਾਅ ਸੀਗੇ। ਬਸ ਬਹੁਤਾ ਜ਼ਿਆਦਾ ਡੀਪ ਦੇ ਵਿੱਚ ਨਾ ਵੀ ਜਾਓ, ਦੈਟਸ ਫਾਈਨ। Although the effect of the movement was that the British government withdrew all 3 laws. So कानून वापस ले लेते ब्रिटिश हुकूमत ने फाइनली। पर लाला लाजपत राय, अजीत सिंह इन्हां नूं मंडले भेज दिता बर्मा दे विच, जिहड़ा हुण म्यांमार है। भेजिया ਤਾਂ ਕਾਫੀ ਲੰਬੇ ਟਾਈਮ ਲਈ ਸੀ, ਬਟ ਫਿਰ ਇਹ ਡਰ ਪੈਦਾ ਹੋ ਗਿਆ ਕਿ ਜਿਹੜੀ ਬ੍ਰਿਟਿਸ਼ ਆਰਮੀ ਹੈ ਜਿਹਦੇ ਵਿੱਚ ਬਹੁਤ ਸਾਰੇ ਪੰਜਾਬੀ ਸੀ ਉਹਦੇ ਵਿੱਚ ਬਗਾਵਤ ਨਾ ਹੋ ਜਾਵੇ। ਸੋ ਇਹਨਾਂ ਦੀ ਸਜ਼ਾ 6 ਮਹੀਨੇ ਬਾਅਦ ਖਤਮ ਕਰ ਦਿੱਤੀ ਗਈ, ਇਹਨਾਂ ਨੂੰ ਵਾਪਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਜੀਤ ਸਿੰਘ ਜਾਂਦੇ ਨੇ ਜਿਹੜੀ ਸੂਰਤ ਕਾਂਗਰਸ ਸੀ, ਜਿੱਥੇ 1907 ਦੇ ਵਿੱਚ ਸਪਲਿਟ ਹੋਇਆ, ਜਿੱਥੇ ਬਾਲ ਗੰਗਾਧਰ ਤਿਲਕ ਇਹਨਾਂ ਨੂੰ ਕਹਿੰਦੇ ਨੇ ਕਿੰਗ ਆਫ ਦ ਫਾਰਮਰਸ। ਕਿੰਗ ਆਫ ਦ ਫਾਰਮਰਸ, ਰਾਈਟ। ਨਾਓ ਵਿਦ ਹਿਸ ਬ੍ਰਦਰ ਕਿਸ਼ਨ ਸਿੰਘ ਐਂਡ ਸਵਰਨ ਸਿੰਘ ਐਂਡ ਸੂਫੀ ਅੰਬਾ ਪ੍ਰਸਾਦ, ਇਹ 3 ਲੋਕ ਜਿਹੜੇ ਸੀਗੇ ਇਹ ਹੋਰ ਪਬਲਿਸ਼ ਕਰ ਰਹੇ ਨੇ ਪੋਲੀਟੀਕਲ ਲਿਟਰੇਚਰ ਅਗੇਂਸਟ ਦ ਬ੍ਰਿਟਿਸ਼ ਹਕੂਮਤ। ਬਟ ਫਿਰ ਇਹ ਇੱਥੋਂ ਦੀ ਯੂਰਪ ਚਲੇ ਜਾਂਦੇ। ਯੂਰਪ, ਨਾਰਥ ਅਮਰੀਕਾ ਦੇ ਵਿੱਚ ਇਹ ਰੈਵੋਲੂਸ਼ਨਰੀਜ਼ ਨੂੰ ਇਨਕਰੇਜ ਕਰਨਗੇ, ਯੰਗਸਟਰਸ ਨੂੰ ਕ੍ਰਾਂਤੀਕਾਰੀ ਬਣਾਉਣਗੇ, ਰਾਈਟ। ਐਂਡ ਆਫਟਰ ਦੈਟ ਹੀ ਕੇਮ ਇਨ ਕੰਟੈਕਟ ਵਿਦ ਦ ਗਦਰ ਪਾਰਟੀ, ਉਹਨਾਂ ਨਾਲ ਵੀ ਇਹਨਾਂ ਨੇ ਕੰਮ ਕੀਤਾ।
ਰਾਈਟ। ਸੁਭਾਸ਼ ਚੰਦਰ ਬੋਸ ਨੂੰ ਇਹਨਾਂ ਨੇ ਹੈਲਪ ਕੀਤੀ ਜਦੋਂ ਸੈਕੰਡ ਵਰਲਡ ਵਾਰ ਚੱਲ ਰਹੀ ਹੈ ਉਦੋਂ। ਸੋ ਯੂ ਕੈਨ ਸੀ ਸਾਰੀ ਲਾਈਫ ਹੀ ਚਾਚਾ ਅਜੀਤ ਸਿੰਘ ਇੰਡੀਆ ਦੀ ਆਜ਼ਾਦੀ ਵਾਸਤੇ, ਰੈਵੋਲੂਸ਼ਨ ਵਾਸਤੇ ਲਗਾਤਾਰ ਕੰਮ ਕਰ ਰਹੇ ਨੇ, ਰਾਈਟ, ਆਪਣੇ ਘਰ ਤੋਂ ਦੂਰ ਰਹਿ ਕੇ, ਕਿਉਂਕਿ ਉਹਨਾਂ ਨੂੰ ਇੱਥੇ ਲੱਗਦਾ ਸੀ ਵੀ ਮੈਨੂੰ ਅਰੈਸਟ ਕਰਨ ਵਾਲੇ। ਸੋ ਇਹ ਈਰਾਨ ਵੀ ਚਲੇ ਗਏ, ਉੱਥੇ 38 ਸਾਲ ਰਹੇ, ਰਾਈਟ। ईरान चले गए, उस तो बाद यूरोप, नॉर्थ अमेरिका, डिफरेंट कंट्रीज 36 साल एग्जाइल ਦੇ ਵਿੱਚ ਰਹੇ। फिर पंडित जवाहरलाल नेहरू ने आई टोल्ड यू ਇਹਨਾਂ ਨੂੰ ਬੁਲਾਇਆ ਐਂਡ ਇੱਥੇ ਆ ਗਏ। ਕੁਝ ਟਾਈਮ ਇਹ ਦਿੱਲੀ ਸੀਗੇ, ਫਿਰ ਡਲਹੌਜ਼ੀ ਸੀਗੇ, ਉੱਥੇ ਇਹਨਾਂ ਦੀ 15 ਅਗਸਤ 1947 ਨੂੰ ਡੈਥ ਹੋਈ। ਠੀਕ ਹੈ ਜੀ। ਸੋ ਇਹ ਸੀ ਇੱਕ ਬਰੀਫ ਅਬਾਊਟ ਸਰਦਾਰ ਅਜੀਤ ਸਿੰਘ, ਚਾਚਾ ਆਫ ਭਗਤ ਸਿੰਘ, ਰਾਈਟ। ਐਂਡ ਹੁਣ ਇੱਥੇ ਡਲਹੌਜ਼ੀ ਦੇ ਵਿੱਚ देयर इज अ ਮੌਜ਼ਲੀਅਮ, ਉਹਨਾਂ ਵਾਸਤੇ ਇੱਕ ਟ੍ਰਿਬਿਊਟ ਦੇਣ ਵਾਸਤੇ ਇੱਕ ਮੌਜ਼ਲੀਅਮ ਬਣਾਇਆ ਗਿਆ ਪੰਜ ਪੁਲਾ ਦੇ ਵਿੱਚ। ਇਟ ਇਜ਼ ਵੈਰੀ ਫੇਮਸ, ਗੂਗਲ ਕਰੋਗੇ ਬੜੀ ਅੱਛੀ ਫੋਟੋ ਵੀ ਆ ਜਾਏਗੀ, ਵੈਰੀ ਵੈਲ ਮੇਨਟੇਨਡ ਐਜ਼ ਵੈਲ। ਠੀਕ ਹੈ ਜੀ। ਚਲਿਏ ਹੁਣ ਰੈਵੋਲੂਸ਼ਨਰੀਜ਼ ਕਰ ਰਹੇ ਨੇ ਅਸੀਂ ਮਹਾਰਾਸ਼ਟਰ, ਬੰਗਾਲ, ਪੰਜਾਬ, ਤੇ ਹੁਣ ਅਸੀਂ ਕਰਨੇ ਅਬਰੋਡ। ਤੇ ਅਬਰੋਡ ਦੇ ਵਿੱਚ ਹੀ ਆਂਦਾ ਹੈ ਗਦਰ ਪਾਰਟੀ। ਅਬਰੋਡ ਦੇ ਵਿੱਚ ਹੀ ਜਿਹੜੇ ਰੈਵੋਲੂਸ਼ਨਸ ਹੋ ਰਹੇ ਨੇ ਉਹਨਾਂ ਵਿੱਚੋਂ ਇੱਕ ਰੈਵੋਲੂਸ਼ਨ ਵਿਲ ਬੀ ਗਦਰ ਪਾਰਟੀ। ਥੱਕ ਤਾਂ ਨਹੀਂ ਗਏ? ਇੰਨੀ ਦੇਰ ਤੋਂ ਲਗਾਤਾਰ ਬੋਲ ਰਹੇ ਹੋ, ਕਿਤੇ ਥੱਕ ਨਾ ਗਏ ਹੋ ਕਿ ਠੀਕ ਹੋ? ਇੱਕੋ ਹੀ ਘੰਟਾ ਹੋਇਆ ਅਜੇ ਤਾਂ। ਹਾਂਜੀ, what do you say? All okay? ਪੜੀਏ ਫਿਰ 5-7 ਘੰਟੇ ਹੋਰ। सोसाइटी ए ऑर्गेनाइजेशन का नाम है। मैंने एक डाउट आया सी, दैट इज व्हाई मैं कह रहा इंडियन होम रूल सोसाइटी ए एक ऑर्गेनाइजेशन का नाम है, जिहड़ी किने बनाई है? श्यामजी कृष्ण वर्मा ने बनाई है, राइट, इन लंडन। देन इन्हां दी जिहड़ी पब्लिकेशन सीगी इंडियन होम रूल सोसाइटी दी, वो सीगी इंडियन सोशियोलॉजिस्ट। थोड़े जे फैक्ट्स ने, दिस चैप्टर इज फुल ऑफ फैक्ट्स। थोड़ा जिहा टाइम स्पेंड करो, लेकिन इंपॉर्टेंट चीज़ां जरूर याद करो। Now, Madan Lal Tingra, he assassinated Curzon Willie, a British bureaucrat. एक ब्रिटिश ब्यूरोक्रेट ਨੂੰ ਕਰਜ਼ਨ ਵਿਲੀ ਨੂੰ ਮਦਨ ਲਾਲ ਢੀਂਗਰਾ ਨੇ ਯੂਰਪ ਦੇ ਵਿੱਚ, ਲੰਡਨ ਦੇ ਵਿੱਚ ਮਾਰ ਦਿੱਤਾ। Now London became too dangerous for whom? For the revolutionaries। ਹੁਣ ਇਹ ਜਿਹੜੇ ਜਿੰਨੇ ਵੀ ਲੋਕ ਨੇ, ਸ਼ਾਮਜੀ ਕ੍ਰਿਸ਼ਨ ਵਰਮਾ, ਮਦਨ ਲਾਲ ਢੀਂਗਰਾ, they cannot stay in London, right? ਉੱਥੇ ਰਹਿਣਾ ਬੜਾ ਔਖਾ ਹੋ ਚੁੱਕਾ ਹੈ। ਫਿਰ ਇਹਨਾਂ ਨੇ ਬਾਕੀ ਸ਼ਹਿਰ ਯੂਰਪ ਦੇ ਆਪਣਾ ਘਰ ਬਣਾ ਲਿਆ। So Paris, Geneva and even other cities in Europe, North America, ਉੱਥੋਂ ਹੁਣ ਰੈਵੋਲੂਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ। ਤੇ ਮੈਡਮ ਭੀਕਾ ਜੀ ਕਾਮਾ ਐਂਡ ਸਰਦਾਰ ਅਜੀਤ ਸਿੰਘ, ਇਹ ਵੀ ਯੂਰਪ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਹੀ ਰਹਿ ਰਹੇ ਨੇ। ਠੀਕ ਹੈ ਜੀ, ਓਕੇ। ਚਲਿਏ, वंदे मातरम was brought out by भीका जी। Very important fact, याद करो। Publications are very important। ਕਿਹੜਾ ਅਖਬਾਰ ਕਿਹਦਾ ਸੀਗਾ, ਇਹ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਯਾਦ ਰੱਖੋ। Then another revolutionary was ਵਿਰੇਂਦਰਨਾਥ ਚਟੋਪਾਧਿਆਏ, ਜਿਹੜੇ ਬਰਲਿਨ ਦੇ ਵਿੱਚ ਸੀਗੇ, ਉੱਥੋਂ ਕੰਮ ਕਰ ਰਹੇ ਸੀ। So वंदे मातरम, it was brought out by भीका जी। मैडम भीका जी कामा एक पारसी लेडी ਸੀਗੇ, was fighting for Indian freedom, पारसी। चलिए जी, गदर पार्टी की गल कर लीए हुण। सो आपां रेवोल्यूशनरीज कर लेने बंगाल, महाराष्ट्र, पंजाब, थोड़े जे अब्रॉड भी देख ले। अब्रॉड दे विच एक वड्डी मूवमेंट पैदा होती है, गदर पार्टी। गदर मीन्स व्हाट? रिवोल्ट, रेवोल्यूशन, गदर मचा देंगे। सो ये पार्टी कहती गदर मचा देंगे। इन्होंने इस सोच के नाल एक न्यूज़पेपर स्टार्ट किया, जिसका नाम भी इन्होंने गदर रखा। फिर वर्ल्ड वॉर 1 स्टार्ट होगी 1914 ਦੇ ਵਿੱਚ। सो ये कहते यही तो मौका है गदर मचाने का। सो ਤਿਆਰੀਆਂ ਕੀਤੀਆਂ ਜਾਣ। ਜਿਹੜੇ ਬ੍ਰਿਟੇਨ ਦੇ ਖਿਲਾਫ ਵਰਲਡ ਵਾਰ 1 ਦੇ ਵਿੱਚ ਕੰਟਰੀਜ਼ ਲੜ ਰਹੀਆਂ ਨੇ, ਉਹਨਾਂ ਤੋਂ ਹਥਿਆਰ, ਆਰਮਸ ਐਂਡ ਐਮੂਨੀਸ਼ਨ ਮੰਗਵਾਏ ਜਾਣ। ਇੰਡੀਅਨ ਆਰਮੀ ਦੇ ਵਿੱਚ ਬਗਾਵਤ ਪੈਦਾ ਕੀਤੀ ਜਾਵੇ ਤੇ ਬ੍ਰਿਟਿਸ਼ ਹਕੂਮਤ ਨੂੰ ਖਤਮ ਕੀਤਾ ਜਾਵੇ। That was a plan।
ਪਲਾਨ ਤਾਂ ਚੰਗਾ ਸੀ, ਦੇਖਦੇ ਹਾਂ ਕੀ ਹੋਇਆ।